ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤਮਈ ਰੂਹਾਨੀ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਵਿੱਚ ਲਾਹਾ ਖੱਟਿਆ ਹੈ। ਆਓ ਇਸ ਪਾਕ ਅਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਚੱਲ ਰਹੀ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣਾ ਕਰੀਏ। ਜਿਤਨਾ ਕੁ ਵੀ ਸਮਾਂ ਗੁਰੂ ਦਰਬਾਰ ਵਿੱਚ ਬੈਠਣ ਦਾ ਪ੍ਰਾਪਤ ਹੋਇਆ ਹੈ, ਲਾਹਾ ਪ੍ਰਾਪਤ ਕਰੀਏ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਦਸ਼ਮੇਸ਼ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਫਤਿਹ ਦੁਹਰਾਈਏ। ਇੱਕੇ ਵਾਰ ਕਹਿਣ ਤੇ ਪ੍ਰਵਾਨੋ ਜੀ ਦਾਸਰੇ ਦੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੱਲ ਦੇ ਦੀਵਾਨਾਂ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਜੋ ਸੰਗਤੀ ਮਾਹੌਲ ਹੈ, ਇਹ ਜੋ ਸੰਗਤ ਹੈ, ਸਤ ਦੀ ਸੰਗਤ ਹੈ, ਬਿਨਾਂ ਭਾਗਾਂ ਤੋਂ ਬਗੈਰ, ਕਰਮਾਂ ਤੋਂ ਬਗੈਰ, ਭਾਗਾਂ ਤੋਂ ਪ੍ਰਾਪਤ ਨਹੀਂ ਜੇ ਹੋ ਸਕਦੀ। ਬੜੇ ਉੱਚੇ ਭਾਗ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਇਦਾਂ ਕੁਝ ਸਮਾਂ, ਕੁਝ ਪਲ, ਕੁਝ ਚਿਰ ਸਤ ਸੰਗਤ ਦਾ ਇਹ ਸੁਭਾਗ ਸਭਨਾਂ ਨੂੰ ਪ੍ਰਾਪਤ ਹੋਇਆ। ਅੱਜ ਦੀ ਪਾਵਨ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ। ਗੌੜੀ ਰਾਗ ਦਾ ਸਰਲੇਖ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਬਾਣੀ ਦੇ ਰਾਹੀਂ ਜੀਵਨ ਦੀ ਉਸ ਉਚਾਈ ਨੂੰ ਸਾਡੇ ਜੀਵਨ ਵਿੱਚ ਲਿਆਉਣਾ ਚਾਹੁੰਦੇ ਨੇ ਜਿਸ ਤੋਂ ਅਸੀਂ ਅਜੇ ਵਾਂਝੇ ਹਾਂ। ਜਿਸ ਮਰਾਤਬੇ ਤੱਕ, ਜਿਸ ਦਰਜੇ ਤੱਕ ਅਸੀਂ ਅਜੇ ਪਹੁੰਚ ਨਹੀਂ ਸਕੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਆ ਗੁਰਸਿੱਖਾ ਦਰ ਤੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਜਿਹੜਾ ਬਾਣੀ ਗਾਵੇਗਾ ਆਪਣੇ ਜੀਵਨ ਰਾਹੀਂ, ਆਪਣੀ ਰਸਨਾ ਰਾਹੀਂ, ਆਪਣੀ ਸੁਰਤ ਰਾਹੀਂ, ਇਹ ਇਸ ਮਰਾਤਬੇ ਤੱਕ ਪਹੁੰਚ ਜਾਏਗਾ ਜਿਸ ਮਰਾਤਬੇ ਤੱਕ, ਜਿਸ ਅਵਸਥਾ ਤੱਕ ਭਾਈ ਲਹਿਣਾ ਪੁੱਜਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਾਬੇ ਲਹਿਣੇ ਨੂੰ ਇਦਾਂ ਬਿਠਾ ਕੇ ਕਹਿੰਦੇ, ਲਹਿਣਿਆ ਅੱਜ ਤੋਂ ਬਾਅਦ ਤੂੰ ਮੇਰਾ ਹੀ ਅੰਗ ਹੈ, ਮੇਰਾ ਹੀ ਰੂਪ ਹੈ, ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ, ਕਹਿੰਦਾ ਜੋਤ ਰੂਪ ਬਿਬ ਤਨ ਪਲਟਾਨਾ। ਜੋਤ ਉਹੋ ਹੀ ਹੈ, ਸਿਰਫ ਤਨ ਬਦਲਿਆ, ਸਰੀਰ ਬਦਲਿਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਰਹਾਉ ਵਾਲੇ ਬੰਦ ਅੰਦਰ, ਕੇਂਦਰੀ ਭਾਵ ਦੇ ਅੰਦਰ ਕਹਿੰਦੇ ਭੈ ਬਿਨਸੇ ਨਿਰਭਉ ਹਰ ਧਿਆਇਆ। ਹਰੀ ਨੂੰ ਨਿਰਭਉ ਹੋ ਕੇ ਧਿਆਉਣ ਦੀ ਮੱਤ ਗੁਰਦੇਵ ਪਾਤਸ਼ਾਹ ਤੋਂ ਮਿਲ ਗਈ, ਕਿਉਂਕਿ ਭੈ ਬਿਨਸ ਗਿਆ, ਜੀਵਨ ਦਾ ਡਰ ਖਤਮ ਹੋ ਗਿਆ। ਸਾਧ ਸੰਗ, ਸਾਧ ਦੀ ਸੰਗਤ ਵਿੱਚ, ਸਤ ਦੀ ਸੰਗਤ ਵਿੱਚ ਹਰ ਕੇ ਗੁਣ ਗਾਇਆ। ਹਰੀ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਮੇਰੇ ਜੀਵਨ ਦੇ ਅੰਦਰੋਂ ਭੈ, ਕਲ ਕਲੇਸ਼ ਦੂਰ ਹੋ ਗਈ, ਮਿਟ ਗਿਆ। ਜੀਵਨ ਦੇ ਅੰਦਰ ਦਾ ਇਹ ਨਿਰਮੂਲ ਝੂਠ ਮੈਨੂੰ ਸਮਝ ਆ ਗਈ ਦੁਨੀਆਦਾਰੀ ਦੀ। ਮੈਂ ਸਮਾਜ ਨੂੰ ਸਮਝ ਗਿਆ, ਮੈਂ ਦੁਨੀਆ ਨੂੰ ਸਮਝ ਗਿਆ, ਮੈਂ ਪਰਮਾਤਮਾ ਦੇ ਨਾਮ ਤੇ ਬਣਾਏ ਹੋਏ ਉਸ ਅਡੰਬਰ ਨੂੰ ਸਮਝ ਗਿਆ। ਤੇ ਮੈਨੂੰ ਇਹ ਸਮਝ ਆ ਗਈ ਹੈ ਕਿ ਐਕਚੁਅਲ ਵਿੱਚ ਪਰਮਾਤਮਾ ਹੈ ਕੌਣ। ਐਕਚੁਅਲ ਵਿੱਚ ਗੋਡ, ਐਕਚੁਅਲ ਵਿੱਚ ਰੱਬ ਕਿਹਨੂੰ ਕਹਿੰਦੇ ਨੇ, ਰੱਬ ਕੀ ਹੈ, ਇਹਦੀ ਸਮਝ ਗੁਰੂ ਨੇ ਮੈਨੂੰ ਬਖਸ਼ਿਸ਼ ਕਰ ਦਿੱਤੀ। ਅੱਜ ਦੇ ਸਮਾਜ ਦਾ ਇੱਕ ਬਹੁਤ ਵੱਡਾ ਭੁਲੇਖਾ ਹੈ, ਖਾਸ ਕਰ ਸਾਡੇ ਯੰਗਸਟਰ, ਐਜੂਕੇਟਡ ਉਹ ਲੋਕ, ਸੁਸਾਇਟੀ ਵਾਲੇ, ਭਾਵੇਂ ਉਹ ਸੰਸਾਰਿਕ ਵਿੱਦਿਆ ਨੂੰ ਪੜ੍ਹ ਚੁੱਕੇ ਨੇ, ਪਰ ਧਾਰਮਿਕ ਵਿੱਦਿਆ ਦੇ ਵਿੱਚ ਆ ਕੇ ਉਹਨਾਂ ਦਾ ਮੈਂਟਲੀ ਲੈਵਲ ਬਿਲਕੁਲ ਡਲ ਹੋ ਜਾਂਦਾ ਹੈ। ਸੋਚਣ ਸਮਝਣ ਦੀ ਸ਼ਕਤੀ ਇੱਕ ਪਾਸੇ ਰਹਿ ਜਾਂਦੀ ਹੈ। ਅੱਜ ਕੱਲ੍ਹ ਪੜ੍ਹੇ ਲਿਖੇ ਲੋਕ ਵੀ ਵਹਿਮਾਂ ਭਰਮਾਂ ਭੁਲੇਖਿਆਂ ਵਿੱਚ ਪਏ ਨੇ, ਪਾਏ ਜਾ ਰਹੇ ਨੇ ਤੇ ਪੈਣਗੇ, ਜਿੰਨਾ ਚਿਰ ਉਹਨਾਂ ਕੋਲ ਇਸ ਧਰਮ ਦੀ ਐਜੂਕੇਸ਼ਨ ਨਹੀਂ ਪ੍ਰਾਪਤ ਹੁੰਦੀ, ਉਹਨਾਂ ਚਿਰ ਉਹਨਾਂ ਨੂੰ ਸਮਝਾਉਣ ਵਾਲਾ, ਮੱਤ ਦੇਣ ਵਾਲਾ,
ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਦੂਸਰਾ ਕੋਈ ਨਹੀਂ ਜੀ। ਦੁਨਿਆਵੀ ਵਿੱਦਿਆ ਦੀ ਪੜ੍ਹਾਈ ਤੇ ਧਾਰਮਿਕ ਵਿੱਦਿਆ ਦੀ ਪੜ੍ਹਾਈ ਵਿੱਚ ਬਹੁਤ ਵੱਡਾ ਅੰਤਰ ਹੈ। ਬੱਚਾ ਪਾਇਲਟ ਬਣ ਸਕਦਾ ਹੈ, ਇੰਜੀਨੀਅਰ ਬਣ ਸਕਦਾ ਹੈ, ਆਰਕੀਟੈਕਚਰ ਬਣ ਸਕਦਾ, ਕੁਝ ਵੀ ਬਣ ਸਕਦਾ, ਪਰ ਜੇ ਉਹਨੂੰ ਇਨਸਾਨ ਬਣਾਉਣਾ ਹੈ, ਜੇ ਉਹਦੇ ਅੰਦਰ ਹਿਊਮੈਨਿਟੀ ਲੈ ਕੇ ਆਉਣੀ ਹੈ, ਜੇ ਉਹਦੇ ਅੰਦਰ ਇਨਸਾਨੀਅਤ ਲੈ ਕੇ ਆਉਣੀ ਹੈ, ਤੇ ਉਹਨੂੰ ਧਰਮ ਦੀ ਵਿੱਦਿਆ, ਧਰਮ ਦੇ ਸੰਸਕਾਰ ਦੇਣੇ ਬੜੇ ਜ਼ਰੂਰੀ ਹੋਣਗੇ। ਹੁਣ ਸਾਡੇ ਸਾਹਮਣੇ ਇੱਕ ਸਵਾਲ ਆਏਗਾ ਕਿ ਉਹ ਧਰਮ ਕਿਹੜਾ ਹੈ ਜਿਹੜਾ ਬੱਚੇ ਨੂੰ ਦਿੱਤਾ ਜਾਵੇ ਤਾਂ ਜੋ ਬੱਚੇ ਦੇ ਜੀਵਨ ਦੇ ਅੰਦਰ ਵੀ ਇਹ ਉਚਾਈ ਵਾਲੇ ਗੁਣ ਪੈਦਾ ਹੋ ਸਕਣ। ਮੇਰੇ ਬਾਬੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਮ ਨੂੰ ਹੀ ਸਮਾਜ ਨੂੰ ਦ੍ਰਿੜ ਕਰਵਾਇਆ। ਆਓ ਦੁਨੀਆ ਦੇ ਲੋਕੋ ਤੁਹਾਨੂੰ ਦੱਸਾਂ ਧਰਮ ਅਸਲ ਵਿੱਚ ਹੈ ਕੀ। ਕੋਈ ਆਪਣੀ ਮੱਤ ਦੇ ਨਾਲ ਕਹਿੰਦਾ ਸੀ ਕਿ ਦਰਖਤ ਨੂੰ ਪੂਜ ਲਓ, ਇਹ ਵੀ ਧਰਮ ਹੈ। ਪੱਥਰ ਨੂੰ ਲੱਸੀ ਪਾ ਲਓ, ਇਹ ਵੀ ਧਰਮ ਹੈ। ਪਾਣੀ ਵਿੱਚ ਨਹਾ ਲਓ, ਧਰਮ ਹੈ। ਨਾ ਨਹਾਓ, ਧਰਮ ਹੈ। ਕੱਪੜੇ ਪਾ ਲਓ, ਧਰਮ ਹੈ। ਕੱਪੜੇ ਨਾ। ਦੁਨੀਆ ਉਲਝਣ ਵਿੱਚ ਫਸ ਗਈ। ਕਿਹੜੇ ਧਰਮ ਨੂੰ ਮੰਨੀਏ, ਕਿੱਧਰ ਜਾਈਏ? ਸਾਨੂੰ ਥਾਂ ਨਹੀਂ ਮਿਲਦੀ ਪਈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ, ਅੰਧੀ ਰਈਅਤ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਗਿਆਨ ਐਜੂਕੇਸ਼ਨ ਤੋਂ ਵਿਹੂਣੀ ਅੰਧੀ ਰਈਅਤ, ਅੰਧੀ ਦੁਨੀਆ ਜਿਹਨੂੰ ਜਮਕਾਲ ਖਾਈ ਜਾ ਰਿਹਾ ਹੈ, ਜਿਹੜੇ ਭਰਮ ਭੁਲੇਖੇ ਵਿੱਚ ਆਪਣਾ ਟਾਈਮ, ਆਪਣੀ ਲਾਈਫ ਵੇਸਟ ਕਰਦੇ ਜਾ ਰਹੇ ਨੇ। ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਜੀਵਨ ਦੇ ਅੰਦਰ ਕਿਹੜੇ ਕਰਮ ਕਮਾਉਣੇ ਨੇ ਜਿਹੜੇ ਧਰਮ ਹਨ ਤੇ ਕਿਹੜੇ ਕਰਮ ਅਧਰਮ ਹਨ। ਮੈਂ ਇੱਥੇ ਇੱਕ ਉਦਾਹਰਣ ਐਗਜ਼ਾਮਪਲ ਬੁੱਧ ਧਰਮ ਦੀ ਦਿੰਦਾ। ਮਹਾਤਮਾ ਗੌਤਮ ਬੁੱਧ, ਉਹਨਾਂ ਦਾ ਇੱਕ ਚੇਲਾ ਸੀ ਆਨੰਦ। ਆਨੰਦ ਨੇ ਸਵਾਲ ਕੀਤਾ, ਕੁਐਸਚਨ ਕੀਤਾ ਕਿ ਇਹ ਬੁੱਧਾ, ਮੈਨੂੰ ਸਮਝ ਨਹੀਂ ਆਉਂਦੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਚੰਗਾ ਕੀ ਹੈ ਤੇ ਮਾੜਾ ਕੀ ਹੈ। ਤੇ ਮਹਾਤਮਾ ਗੌਤਮ ਬੁੱਧ ਨੇ ਉਹਨੂੰ ਜਵਾਬ ਉਹਦੀ ਲੈਂਗੁਏਜ ਵਿੱਚ ਦਿੱਤਾ। ਕਹਿੰਦੇ, ਆਨੰਦ, ਦੁਨੀਆ ਵਿੱਚ ਜਾ, ਦੁਨੀਆ ਵਿੱਚ ਜਾ ਕੇ ਜਦੋਂ ਵਿਚਰੇਗਾ, ਜੋ ਸਮਾਜ ਦੇ ਵਿੱਚ ਪ੍ਰਵਾਨਿਤ ਹੋਏਗਾ ਉਹ ਚੰਗਾ ਹੈ, ਜਿਸ ਨੂੰ ਸਮਾਜ ਅਪ੍ਰਵਾਨਿਤ ਕਰ ਦਿੰਦਾ ਹੈ, ਜੋ ਪ੍ਰਵਾਨ ਨਹੀਂ ਹੁੰਦਾ, ਉਹ ਮਾੜਾ ਹੈ। ਆਨੰਦ ਕਹਿੰਦਾ, ਫਿਰ ਸੱਚ ਕੀ ਹੈ ਤੇ ਝੂਠ ਕੀ ਹੈ? ਤੇ ਆਨੰਦ ਨੂੰ ਮਹਾਤਮਾ ਗੌਤਮ ਬੁੱਧ ਨੇ ਇਹ ਗੱਲ ਦੱਸੀ। ਕਹਿੰਦਾ, ਆਨੰਦ, ਗਲਤ ਮਨਸ਼ਾ ਰੱਖ ਕੇ ਬੋਲਿਆ ਹੋਇਆ ਸੱਚ ਵੀ ਝੂਠ ਤੋਂ ਕੌੜਾ ਹੈ, ਤੇ ਸਹੀ ਮਨਸ਼ਾ ਰੱਖ ਕੇ ਬੋਲਿਆ ਹੋਇਆ ਝੂਠ ਵੀ ਸੱਚ ਨਾਲੋਂ ਚੰਗਾ। ਹੁਣ ਸਾਡੇ ਜੀਵਨ ਦੇ ਹਾਲਾਤ ਵੀ ਉਹੋ ਜਿਹੇ ਨੇ। ਅਸੀਂ ਸੱਚ ਤਾਂ ਬੋਲਦੇ ਹਾਂ, ਪਰ ਅਸੀਂ ਇਹ ਨਹੀਂ ਸੋਚਦੇ ਸਾਡੇ ਸੱਚ ਬੋਲਣ ਨਾਲ ਕਿੰਨੀਆਂ ਜ਼ਿੰਦਗੀਆਂ ਤਬਾਹ ਵੀ ਹੋ ਸਕਦੀਆਂ ਨੇ। ਅਸੀਂ ਝੂਠ ਤਾਂ ਬੋਲਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਝੂਠ ਬੋਲਣ ਨਾਲ ਕਿੰਨੇ ਘਰ ਬਰਬਾਦ ਹੋ ਸਕਦੇ ਨੇ। ਤੇ ਮੈਂ ਸਮਝਦਾ ਹਾਂ ਕਿ ਗੁਰੂ ਸਾਹਿਬ ਜੀ ਕਹਿੰਦੇ, ਸਾਂਝ ਕਰੀਜੈ ਗੁਣਾ ਕੇਰੀ। ਜੇ ਗੁਣਾਂ ਦੀ ਸਾਂਝ ਕਰਨੀ ਹੈ, ਉਹ ਕਿਸੇ ਵੀ ਮਜ਼ਹਬ ਧਰਮ ਦੇ ਵਿੱਚੋਂ ਹੋ ਸਕਦੀ ਹੈ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਿਜਦਾ ਕਰਿਆ ਕਰੀਏ ਗੁਰਦੇਵ ਪਾਤਸ਼ਾਹ ਜੀ ਨੂੰ। ਇਸਲਾਮ ਮਤ ਦੇ ਪੈਰੋਕਾਰ ਸਨ ਸਾਈਂ ਜੀ, ਫਕੀਰ ਜੀ, ਜਿਨ੍ਹਾਂ ਦਾ ਨਾਮ ਅਦਬ ਦੇ ਨਾਲ ਸ਼ੇਖ ਫਰੀਦ ਜੀ ਆਖਿਆ ਜਾਂਦਾ ਹੈ। ਸ਼ੇਖ ਫਰੀਦ ਜੀ 12ਵੀਂ ਗੱਦੀ ਦੇ ਵਾਰਸ ਸ਼ੇਖ ਬ੍ਰਹਮ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵਿਚਾਰ ਲਏ ਕਿ ਇਹ ਮਹਾਨ ਵਿਚਾਰ ਨੇ। ਜੇ ਮੈਂ ਗੁਰੂ ਨਾਨਕ ਬਣ ਕੇ ਹੀ ਆਪਣੇ ਵਿਚਾਰ ਦੁਨੀਆ ਤੇ ਲਾਗੂ ਕਰਾਂ ਤੇ ਦੁਨੀਆ ਨਹੀਂ ਸਿੱਖੇਗੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫੁੱਲਾਂ ਦੇ ਗੁਲਦਸਤੇ ਇੱਦਾਂ ਇਕੱਠੇ ਕੀਤੇ, ਭਾਂਤ ਭਾਂਤ ਦੇ ਫੁੱਲ ਨੇ। ਕਿਸੇ ਨੂੰ ਦੁਨੀਆ ਚਮਾਰ ਕਹਿ ਰਹੀ ਸੀ, ਕਿਸੇ ਨੂੰ ਘੁਮਿਆਰ ਕਹਿ ਰਹੀ, ਕਿਸੇ ਨੂੰ ਜੱਟ ਕਹਿੰਦੀ ਹੈ, ਕਿਸੇ ਨੂੰ ਕੁਝ, ਕਿਸੇ ਨੂੰ ਕੁਝ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਜਾਤ ਨਹੀਂ ਦੇਖੀ, ਉਹਨਾਂ ਦੇ ਉੱਚ ਵਿਚਾਰ ਦੇਖੇ ਨੇ ਕਿ ਜੀਵਨ ਨੂੰ ਸਵਾਰਨ ਵਾਸਤੇ ਕਿਸ ਦੇ ਵਿਚਾਰ ਉੱਚ ਨੇ। ਜਿਸ ਦੇ ਵੀ ਵਿਚਾਰ ਉੱਚ ਸਨ, ਗੁਰਦੇਵ ਪਾਤਸ਼ਾਹ ਜੀ ਨੇ ਇੱਦਾਂ ਆਪਣੀ ਕਲਮ ਨਾਲ ਉਹਦੇ ਵਿਚਾਰ ਲਿਖ ਲਏ। 15 ਭਗਤ ਸਾਹਿਬਾਨਾਂ ਦੀ ਬਾਣੀ ਤੇ ਸਮਾਜ ਵੱਲੋਂ ਉਹਨਾਂ ਨੂੰ ਜਿਸ ਜਾਤੀ ਦੇ ਨਾਲ ਦੁਰਕਾਰਿਆ ਗਿਆ, ਅਸੀਂ ਉਸ ਜਾਤੀ ਨੂੰ ਦੇਖ ਸਕਦੇ ਹਾਂ। ਇੱਥੇ ਹੀ ਬਸ ਨਹੀਂ, 11 ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਤੇ ਉਹਨਾਂ ਦੀ ਕਾਸਟ, ਗੁਰੂ ਸਾਹਿਬਾਨਾਂ ਦੀ ਸਿੱਖਾਂ ਦੀ ਬਾਣੀ
ਸਤਿਗੁਰੂ ਜੀ ਨੇ ਕਾਸਟ ਨੂੰ ਦੇਖ ਕੇ ਬਾਣੀ ਨਹੀਂ ਲਿਖੀ, ਸਤਿਗੁਰੂ ਜੀ ਨੇ ਵਿਚਾਰਾਂ ਨੂੰ ਦੇਖ ਕੇ ਬਾਣੀ ਲਿਖੀ ਕਿ ਜਿਸ ਮਨੁੱਖ ਦੇ ਵੀ ਵਿਚਾਰ ਉੱਚ ਸਨ, ਗੁਰੂ ਨਾਨਕ ਨੇ ਉਹਨੂੰ ਪ੍ਰਵਾਨ ਕੀਤਾ, ਭਾਵੇਂ ਉਹ ਮੁਸਲਮਾਨ ਸੀ, ਭਾਵੇਂ ਉਹ ਹਿੰਦੂ ਸੀ, ਭਾਵੇਂ ਉਸ ਨੂੰ ਚਮਾਰ ਆਖਿਆ ਗਿਆ, ਭਾਵੇਂ ਜੁਲਾਹਾ ਸੀ, ਗੁਰਦੇਵ ਕਹਿੰਦੇ ਪ੍ਰਵਾਨ ਹੈ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤੇ ਇਕੱਲੇ ਗੁਰੂ ਨਾਨਕ ਨੂੰ ਮੱਥਾ ਨਹੀਂ ਟੇਕਦੇ, ਇਕੱਲੇ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਬਰਾਬਰ ਉਹਨਾਂ ਭਗਤਾਂ ਨੂੰ ਰੱਖਿਆ ਕਿ ਇਹ ਸਾਡੇ ਬਰਾਬਰ ਨੇ, ਗੁਰੂਆਂ ਤੁਲ ਇਹਨਾਂ ਨੂੰ ਪੂਜਿਆ ਜਾਂਦਾ ਹੈ, ਮੰਨਿਆ ਜਾਂਦਾ ਹੈ, ਸਿਰ ਅਦਬ ਨਾਲ ਝੁਕਾਇਆ ਜਾਂਦਾ ਹੈ। ਇੱਕ ਸਮਾਜ ਕ੍ਰੀਏਟ ਕੀਤਾ, ਇੱਕ ਦੁਨੀਆ ਕ੍ਰੀਏਟ ਕੀਤੀ, ਜਿਸ ਸਮਾਜ ਦੇ ਵਿੱਚ ਲੋਕਾਂ ਦੀ ਜ਼ਾਤ ਪੁੱਛ ਕੇ ਉਹਨਾਂ ਦੇ ਨਾਲ ਮਿਲਾਪ ਨਾ ਹੋਵੇ, ਉਹਨਾਂ ਦੇ ਗੁਣਾਂ ਦੇ ਨਾਲ ਮਿਲਾਪ ਹੋਵੇ, ਤੇ ਉਹ ਸਮਾਜ ਹੈ ਆ ਗੁਰਦੁਆਰੇ ਵਿੱਚ ਬੈਠੀ ਹੋਈ ਸੰਗਤ। ਇਹ ਸੰਗਤ ਜਦੋਂ ਇੱਥੇ ਬੈਠਦੇ ਆ, ਇੱਕ ਦੂਸਰੇ ਤੋਂ ਜਾਤ ਨਹੀਂ ਪੁੱਛੀ ਜਾਂਦੀ। ਇਸੇ ਸਿਸਟਮ ਦੇ ਨਾਲ ਗੁਰੂ ਘਰ ਦੇ ਲੰਗਰ ਜਿਹੜੇ ਸਨ ਉਹ ਬਣਾਏ ਗਏ। ਗੁਰੂ ਘਰ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਾਉਣ ਵੇਲੇ ਤੁਹਾਡੀ ਬਾਂਹ ਫੜ ਕੇ ਕੋਈ ਇਹ ਨਹੀਂ ਪੁੱਛਦਾ ਤੂੰ ਕਿਹੜੀ ਜਾਤ ਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ। ਮਾਨਸ ਹਾਂ, ਸਾਡੀ ਜਾਤ ਮਾਨਸ ਹੈ, ਸਾਡੇ ਕਰਮ ਮਾਨਸ ਦੇ ਹਨ, ਅਸੀਂ ਮਾਨਸ ਜਾਤ ਦੇ ਹਾਂ, ਸਾਡੀ ਇੱਕੋ ਹੀ ਜਾਤ ਹੈ, ਹੋਰ ਦੂਸਰੀ ਕੋਈ ਜਾਤ ਨਹੀਂ। ਗੁਰੂ ਨਾਨਕ ਨੇ ਆਖਿਆ ਦੁਨੀਆ ਦੇ ਲੋਕੋ, ਦੁਨੀਆ ਦੇ ਬਣਾਏ ਹੋਏ ਧਰਮ ਛੱਡੋ, ਰੱਬ ਦੇ ਬਣਾਏ ਹੋਏ ਐਕਚੁਅਲ ਧਰਮ ਨੂੰ ਅਪਣਾਓ। ਰੱਬ ਨੇ ਤੁਹਾਨੂੰ ਇਨਸਾਨ ਬਣਾਇਆ, ਰੱਬ ਨੇ ਈਸਾਈ ਮੁਸਲਮਾਨ ਜਾਂ ਕੋਈ ਹੋਰ ਨਹੀਂ ਬਣਾਇਆ। ਇਨਸਾਨ ਬਣੋ। ਇਨਸਾਨੀਅਤ ਤੋਂ ਵੱਡਾ ਦੁਨੀਆ ਤੇ ਕੋਈ ਧਰਮ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਹੈ। ਆਓ ਇੱਕ ਵਾਰੀ ਗੁਰਬਾਣੀ ਦੇ ਅੰਦਰੋਂ ਉਦਾਹਰਣ ਲੈ ਕੇ ਸਮਝੀਏ। ਅਸੀਂ ਬੜੇ ਕਨਫਿਊਜ਼ ਹੋ ਜਾਂਦੇ ਹਾਂ। ਸਿੱਖੀ ਦਾ, ਸਿੱਖ ਧਰਮ ਦਾ, ਸਿੱਖ ਫਲਸਫੇ, ਗੁਰੂ ਨਾਨਕ ਦੇ ਫਲਸਫੇ ਦਾ ਸਾਰਾ ਪੈਟਰਨ ਹਿਊਮੈਨਿਟੀ ਦੇ ਉੱਪਰ ਬਣਿਆ ਹੈ। ਹਿਊਮੈਨਿਟੀ ਤੋਂ ਪਾਸੇ ਨਹੀਂ। ਸਾਡਾ ਕੋਈ ਵੀ ਕਾਰਜ ਇਹੋ ਜਿਹਾ ਨਹੀਂ ਹੈ ਜਿਹੜਾ ਹਿਊਮੈਨਿਟੀ ਦੇ ਰਾਹ ਨੂੰ ਛੱਡ ਕੇ ਪਾਸੇ ਜਾਂਦਾ ਹੋਵੇ। ਸਾਡਾ ਤੇਗ ਚੁੱਕ ਕੇ ਦੁਸ਼ਮਣ ਦੇ ਨਾਲ ਲੜਨਾ ਵੀ ਇਨਸਾਨੀਅਤ ਹੈ, ਕਿਉਂਕਿ ਅਸੀਂ ਕਿਸੇ ਜੋਰੂ ਵਾਸਤੇ, ਕਿਸੇ ਔਰਤ ਵਾਸਤੇ ਨਹੀਂ ਲੜਦੇ। ਅਸੀਂ ਰਾਜ ਭਾਗ ਨੂੰ ਹਾਸਲ ਕਰਨ ਵਾਸਤੇ ਨਹੀਂ ਲੜਦੇ। ਅਸੀਂ ਕਿਸੇ ਦਾ ਘਰ ਤਬਾਹ ਕਰਨ ਵਾਸਤੇ ਨਹੀਂ ਲੜਦੇ। ਅਸੀਂ ਜਦੋਂ ਤੇਗ ਚੁੱਕ ਕੇ ਰਣ ਮੈਦਾਨ ਵਿੱਚ ਗੱਜਦੇ ਹਾਂ, ਲੜਦੇ ਹਾਂ, ਸਾਡੀ ਲੜਾਈ ਸਮਾਜ ਦੇ ਹੱਕਾਂ ਵਾਸਤੇ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ 4 ਜੰਗਾਂ ਹੋਈਆਂ ਨੇ। ਉਹਨਾਂ 4 ਜੰਗਾਂ ਦਾ ਕਾਰਨ ਜਾਣੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ 14 ਜੰਗਾਂ ਹੋਈਆਂ ਨੇ। ਕੁਝ ਝੜਪਾਂ ਵੀ ਹੋਈਆਂ ਨੇ, ਉਹਨਾਂ ਦੀ ਗਿਣਤੀ ਅਲੱਗਾ ਹੈ। ਇਹਨਾਂ ਜੰਗਾਂ ਦਾ ਕਾਰਨ ਕੀ ਸਿਰਫ ਗੁਰੂ ਤੇ ਗੁਰਤਾ ਗੱਦੀ ਹੈ? ਇਹਨਾਂ ਜੰਗਾਂ ਦਾ ਕਾਰਨ ਕੀ ਕੇਵਲ ਗੁਰੂ ਪਰਿਵਾਰ ਦੀ ਹਿਫਾਜ਼ਤ ਹੈ ਜਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਹੈ? ਨਹੀਂ, ਇਹਨਾਂ ਜੰਗਾਂ ਦਾ ਕਾਰਨ ਹੈ ਹਿਊਮੈਨਿਟੀ ਦੀ ਰੱਖਿਆ ਕਰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਹਿਊਮੈਨਿਟੀ ਨੂੰ ਸਮਾਜ ਵਿੱਚ ਲੈ ਕੇ ਆ ਰਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਿਚਾਰ ਦੁਨੀਆ ਨੂੰ ਦੱਸਦੀ ਪਈ ਹੈ, ਇਹ ਦੁਨੀਆ ਦੇ ਲੋਕੋ ਦੂਸਰਿਆਂ ਦੇ ਦੱਸੇ ਧਰਮ ਤੇ ਚੱਲਣ ਦੀ ਜਗ੍ਹਾ ਤੇ ਰੱਬ ਦਾ ਬਣਾਇਆ ਹੋਇਆ ਧਰਮ ਮੰਨੋ। ਆਓ ਜਰਾ ਕੁ ਉਸ ਧਰਮ ਦੀ ਵਿਚਾਰ ਕਰੀਏ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਉਪਦੇਸ਼ ਕੀ ਹੈ? ਸਰਬ ਧਰਮ ਮਹਿ ਸ੍ਰੇਸ਼ਟ ਧਰਮ। ਸ੍ਰੇਸ਼ਟ ਕਹਿੰਦੇ ਉੱਤਮ, ਪਰਫੈਕਟ। ਹਰ ਕੋ ਨਾਮ ਜਪ ਨਿਰਮਲ ਕਰਮ। ਰੱਬ ਨੂੰ ਸਦਾ ਚੇਤੇ ਕਰਦਾ ਰਹਿ। ਕਿਸੇ ਵੀ ਨਾਮ ਨਾਲ ਚੇਤੇ ਕਰ। ਕੋਈ ਬੰਧਾਨ ਨਹੀਂ, ਕੋਈ ਕੰਡੀਸ਼ਨ ਨਹੀਂ ਹੈ। ਉਹਨੂੰ ਗੋਬਿੰਦ ਹੀ ਬੋਲਣਾ, ਉਹਨੂੰ ਅੱਲਾ ਹੀ ਬੋਲਣਾ ਹੈ। ਤੂੰ ਰਾਮ ਕਹਿ ਲੈ, ਤੂੰ ਅੱਲਾ ਕਹਿ ਲੈ, ਜੋ ਮਰਜ਼ੀ ਕਹਿ ਲੈ, ਪਰ ਰੱਬ ਇੱਕ ਹੈ। ਉਸ ਇੱਕ ਨੂੰ ਚੇਤੇ ਕਰਨ ਵਾਸਤੇ ਤੂੰ ਜਿਹੜਾ ਨਾਮ ਲਾਵੇਂ ਉਹ ਪ੍ਰਵਾਨ ਹੈ। ਕਿੰਨੇ ਸ਼ਬਦ ਵਰਤੇ ਨੇ ਗੁਰਬਾਣੀ ਦੇ ਅੰਦਰ। ਜਦੋਂ ਰਾਮ ਵਰਤਿਆ ਉਦੋਂ ਅਯੋਧਿਆ ਵਾਲਾ ਰਾਮ ਨਹੀਂ, ਪਰਮਾਤਮਾ ਦੇ ਵਾਸਤੇ। ਗੋਬਿੰਦ, ਗੋ ਕਹਿੰਦੇ ਧਰਤੀ ਨੂੰ, ਬਿੰਦ ਕਹਿੰਦੇ ਆਸਰੇ ਨੂੰ। ਗੋਬਿੰਦ ਵਰਤਿਆ ਤੇ ਕ੍ਰਿਸ਼ਨ ਵਾਸਤੇ ਨਹੀਂ ਵਰਤਿਆ। ਸਤਿਗੁਰੂ ਜੀ ਕਹਿੰਦੇ ਮੇਰਾ ਉਹ ਪਰਮਾਤਮਾ ਧਰਤੀ ਦੇ ਆਸਰਾ ਦੇਣ ਵਾਲਾ ਅਕਾਲ ਪੁਰਖ ਇੱਕ ਹੈ। ਅੱਲਾ ਸ਼ਬਦ ਵਰਤਿਆ ਗੁਰਬਾਣੀ ਅੰਦਰ। ਕੋਈ ਮਨਾਈ ਨਹੀਂ ਸੀ, ਕੋਈ ਸਾਡਾ ਵੈਰ ਨਹੀਂ ਸੀ ਇਸਲਾਮ ਮਤ ਦੇ ਨਾਲ, ਕੋਈ ਅਸੀਂ ਇੱਦਾਂ ਟਕਰਾਵ ਨਹੀਂ ਸੀ ਰੱਖਦੇ। ਜੇ ਟਕਰਾਵ ਰੱਖਦੇ ਹੁੰਦੇ ਤੇ ਸ਼ੇਖ ਫਰੀਦ ਜੀ ਦੀ ਪਾਵਨ ਬਾਣੀ ਕਿਉਂ ਦਰਜ ਹੁੰਦੀ?
ਜੇ ਟਕਰਾਵ ਰੱਖਦੇ ਤੇ ਸਾਈਂ ਮੀਆਂ ਮੀਰ ਜੀ ਕਿਉਂ ਗੁਰੂ ਘਰ ਦੇ ਨਾਲ ਸਨੇਹ ਰੱਖਦੇ? ਤੇ ਜੇ ਸਾਡਾ ਇਸਲਾਮ ਮਜ਼ਹਬ ਦੇ ਨਾਲ ਟਕਰਾਵ ਹੁੰਦਾ ਤੇ ਪੀਰ ਬੁੱਧੂ ਸ਼ਾਹ ਜੀ ਕਦੀ ਆਪਣੇ ਮੁਰੀਦਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ ਲੈ ਕੇ ਭੰਗਾਣੀ ਦੀ ਯੁੱਧ ਦੇ ਵਿੱਚ ਸ਼ਹਾਦਤ ਜਾਮ ਪੀਣ ਵਾਸਤੇ ਨਾ ਹੁੰਦੇ। ਸਾਡਾ ਕਿਸੇ ਵੀ ਧਰਮ, ਕਿਸੇ ਵੀ ਮਜ਼ਹਬ ਨਾਲ ਕਦੀ ਵੈਰ ਰਿਹਾ ਹੀ ਨਹੀਂ ਸੀ। ਸਾਡਾ ਵੈਰ ਹਮੇਸ਼ਾ ਰਿਹਾ ਇਨਸਾਨੀਅਤ ਦੇ ਦੁਸ਼ਮਣਾਂ ਨਾਲ। ਜੇ ਸਾਡੇ ਆਪਣੇ ਹੋਏ, ਅਸੀਂ ਤਲਵਾਰ ਚੁੱਕ ਕੇ ਮੂੰਹ ਉਧਰ ਨੂੰ ਕੀਤਾ। ਜੇ ਕਾਜੀ, ਬ੍ਰਾਹਮਣ, ਮੁੱਲਾ ਆਦਿ ਨੇ ਇਨਸਾਨੀਅਤ ਦਾ ਘਾਣ ਕੀਤਾ, ਜੇ ਬੇਇਨਸਾਫੀ ਸਮਾਜ ਨਾਲ ਕੀਤੀ, ਸਾਡੀ ਕਲਮ ਉੱਠੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਫਿਰ ਇਹਨਾਂ ਨੂੰ ਵੀ ਨਹੀਂ ਛੱਡਿਆ। ਸਤਿਗੁਰੂ ਜੀ ਮਹਾਰਾਜ ਕਹਿੰਦੇ ਕਾਜੀ ਕੂੜ ਬੋਲ, ਮਾੜਾ ਬੋਲਦੇ ਆ। ਮਲ ਖਾਏ ਬ੍ਰਾਹਮਣ ਨਹਾਏ ਜੀਆਂ ਕਾਏ। ਇਹ ਸਾਰਾ ਪਵਾੜਾ ਹੀ ਇਹਦਾ ਪਾਇਆ। 4 ਵਰਨ ਬਣਾ ਦਿੱਤੇ। 4 ਵਰਨਾਂ ਵਿੱਚ ਸਮਾਜ ਨੂੰ ਵੰਡ ਕੇ ਸਮਾਜ ਦੇ ਟੁਕੜੇ ਟੁਕੜੇ ਕਰ ਦਿੱਤੇ। ਹਿੰਦੁਸਤਾਨ ਨੂੰ ਖੇਰੂ ਖੇਰੂ ਕਰ ਦਿੱਤਾ। ਗਲਤ ਲੋਕ ਨਹੀਂ, ਗਲਤ ਇਹ ਹੈ। ਬ੍ਰਾਹਮਣ ਨਹਾਏ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ। ਜਿਹੜੇ ਜੋਗੀ ਕੋਲ ਸਰਬੋਤਮ ਗਿਆਨ ਸੀ, ਸਰਬੋਤਮ, ਉਹ ਜੋਗੀ ਆਪਣੇ ਫਰਜ਼ਾਂ ਤੋਂ ਭੱਜ ਕੇ, ਜਦੋਂ ਹਮਲਾਵਰਾਂ ਤੋਂ ਬਚ ਕੇ, ਘਰ ਬਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਜੰਗਲਾਂ ਵਿੱਚ ਲੁਕਦਾ ਫਿਰਦਾ ਏ, ਆਪਣੇ ਫਰਜ਼ ਛੱਡ ਗਿਆ। ਜਿਸ ਜੋਗੀ ਨੂੰ ਸਮਾਜ ਨੂੰ ਟੀਚ ਕਰਕੇ ਚੰਗਾ ਨਾਇਕ ਸਿਰਜਣਾ ਚਾਹੀਦਾ ਸੀ, ਸਮਾਜ ਚੰਗਾ ਵਧੀਆ ਬਣਾਉਣਾ ਚਾਹੀਦਾ ਸੀ। ਬੜੀ ਹੈਰਾਨੀ ਦੀ ਗੱਲ ਹੈ, 6 ਸ਼ਾਸਤਰ ਨੇ ਤੇ 6 ਸ਼ਾਸਤਰਾਂ ਦੇ ਵਿੱਚੋਂ ਬਹੁਤ ਸਾਰੇ ਸ਼ਾਸਤਰ ਨਾਸਤਿਕ ਮਤ ਵੱਲ ਜਾਂਦੇ ਨੇ, ਜਿਹੜੇ ਜੋਗੀਆਂ ਦੇ ਲਿਖੇ ਹੋਏ ਨੇ। ਸ਼ਾਂਖ ਸ਼ਾਸਤਰ ਕਦੀ ਪੜ੍ਹ ਕੇ ਦੇਖਣਾ, ਪਤਾ ਲੱਗੇਗਾ ਕਿ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਹੀ ਕਹਿੰਦੇ ਸਨ ਇੱਧਰ ਮੰਨੋ। ਬੜੇ ਵੱਡੇ ਵਿਦਵਾਨ ਸਨ ਜਿਨ੍ਹਾਂ ਨੂੰ ਇੱਕ ਥੱਪਾ ਲਗਾ ਕੇ, ਜਿਨ੍ਹਾਂ ਦੀ ਉੱਚ ਵਿੱਦਿਆ ਨੂੰ ਦਬਾ ਦਿੱਤਾ ਗਿਆ। ਬਹੁਤ ਸਾਰੇ ਇਹੋ ਜਿਹੇ ਧਾਰਮਿਕ ਗ੍ਰੰਥ ਰਚੇ ਗਏ ਜੋਗੀਆਂ ਵੱਲੋਂ ਜਿਹੜੇ ਹੋਂਦ ਵਿੱਚ ਹੀ ਨਹੀਂ ਆਏ। ਤੇ ਜੋਗੀ ਬੜੇ ਵਿਦਵਾਨ ਸਨ, ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਕੋਲ ਗਏ। ਸਵਾਲ ਜਬ ਵੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ਟ ਕੀਤੀ ਹੈ। ਇਹੋ ਜਿਹੇ ਸਵਾਲ ਕੀਤੇ, ਹੈਰਾਨੀ ਭਰੇ ਸਵਾਲ ਨੇ। ਆਮ ਬੰਦਾ ਉਹਨਾਂ ਦਾ ਜਵਾਬ ਨਹੀਂ ਦੇ ਸਕਦਾ, ਇੰਨੇ ਵਿਦਵਾਨ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਵਿਚਾਰ ਨੂੰ ਬਾਣੀ ਵਿੱਚ ਦਰਜ ਕਰਕੇ ਉਹਨਾਂ ਦੀ ਵਿਦਵਤਾ ਨੂੰ ਸਮਾਜ ਵਿੱਚ ਉਜਾਗਰ ਕੀਤਾ ਕਿ ਸਿਆਣੇ ਤਾਂ ਹਨ ਪਰ ਇਹਨਾਂ ਕੋਲ ਜੁਗਤ ਨਹੀਂ ਹੈਗੀ। ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਇਹਨਾਂ ਨੇ ਸਮਾਜ ਦਾ ਉਜਾੜਾ ਕਰ ਦਿੱਤਾ। ਜੇ ਰਾਜੇ ਮਾੜੇ ਸਨ, ਅਸੀਂ ਕਿਸੇ ਇੱਕ ਰਾਜੇ ਦੀ ਖਿਲਾਫਤ ਨਹੀਂ ਕੀਤੀ ਕਿ ਬਾਬਰ ਮਾੜਾ ਹੈ ਜਾਂ ਅਕਬਰ ਮਾੜਾ ਹੈ ਜਾਂ ਹੁਮਾਯੂੰ ਮਾੜਾ ਹੈ। ਸਤਿਗੁਰੂ ਜੀ ਨੇ ਰਾਜੇ ਸ਼ਬਦ ਵਰਤਿਆ, ਰਾਜੇ ਸ਼ੀ ਮੁਕੱਦਮ ਕੁੱਤੇ। ਉਹ ਰਾਜੇ ਕੁੱਤੇ ਨੇ ਜਿਹੜੇ ਸਮਾਜ ਦਾ ਘਾਣ ਕਰਦੇ ਪਏ ਨੇ, ਜੋ ਸਮਾਜ ਦੇ ਪ੍ਰਤੀ ਚੰਗਾ ਨਹੀਂ ਸੋਚਦੇ। ਨਿਰਪੱਖ ਵਿਚਾਰ ਦਿੱਤੀ ਹੈ, ਪੱਖਪਾਤੀ ਵਿਚਾਰ ਨਹੀਂ ਦਿੱਤੀ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਵਰਤਿਆ। ਸਮਾਜ ਨੂੰ ਸੁਧਾਰਨ ਦੇ ਪ੍ਰਤੀ ਗੁਰਬਾਣੀ ਦਾ ਕੀ ਖਿਆਲਾਤ ਹੈ? ਕਦੀ ਗੁਰਬਾਣੀ ਦੀ ਵਿਚਾਰਧਾਰਾ ਨੂੰ ਪੜ੍ਹੀਏ, ਫਿਰ ਦੁਬਾਰਾ ਵਾਪਸ ਉੱਥੇ ਹੁੰਦੇ ਹਾਂ। ਭੈ ਬਿਨਸੈ ਨਿਰਭਉ ਹਰ ਧਿਆਇਆ ਰਹਾਉ ਵਾਲੀ ਪੰਕਤੀ ਕਹਿੰਦੀ ਹੈ, ਪਾਵਨ ਬਾਣੀ ਦੀ ਵਿਚਾਰ ਇਹ ਗੱਲ ਕਹਿੰਦੀ ਹੈ। ਜੋ ਗੁਰੂ ਨਾਨਕ ਨਾਲ ਜੁੜ ਗਿਆ ਉਹਨੇ ਇਨਸਾਨੀਅਤ ਨੂੰ ਜਾਣ ਲਿਆ। ਜਿਹੜਾ ਇਨਸਾਨੀਅਤ ਨੂੰ ਜਾਣ ਗਿਆ ਉਹਦੇ ਜੀਵਨ ਦੇ ਅੰਦਰੋਂ ਸਾਰੇ ਹੀ ਭੈ, ਦੁੱਖ, ਕਲੇਸ਼ ਨਾਸ਼ ਕਰ ਦਿੱਤੇ। ਹੁਣ ਸਾਡੇ ਜੀਵਨ ਵਿੱਚ ਭੈ ਨਹੀਂ ਰਿਹਾ। ਮੌਤ ਮੰਜੇ ਤੇ ਬੈਠਿਆਂ ਵੀ ਆ ਜਾਣੀ ਹੈ, ਰਾਤ ਨੂੰ ਸੁੱਤਿਆਂ ਵੀ ਆ ਜਾਣੀ ਹੈ, ਜੰਗ ਦੇ ਮੈਦਾਨ ਵਿੱਚ ਵੀ ਆ ਜਾਣੀ, ਕਿਤੇ ਵੀ ਆ ਸਕਦੀ, ਕਿਸੇ ਨੂੰ ਕੀ ਪਤਾ। ਗੁਰੂ ਨੇ ਸਾਨੂੰ ਇਸ ਭੈ ਤੋਂ ਦੂਰ ਕਰ ਦਿੱਤਾ। ਪਿਆਰਿਆ, ਮਰਨਾ ਤਾਂ ਕੱਲ ਵੀ ਹੈ ਤੇ ਤੜਫ ਕੇ ਮਰਨ ਨਾਲੋਂ ਚੰਗਾ ਸੱਚ ਇਮਾਨਦਾਰੀ ਦੇ ਰਾਹ ਤੇ ਚੱਲਦਿਆਂ ਹੋਇਆਂ ਆਪਣਾ ਸਭ ਕੁਝ ਕੁਰਬਾਨ ਕਰ ਜਾ। ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਨੇ ਉਹ ਤੈਨੂੰ ਚੇਤੇ ਕਰਦੇ, ਮਿਸਾਲ ਬਣ ਜਾਏਗਾ ਦੁਨੀਆ ਵਾਸਤੇ। ਦੁਨੀਆ ਮਰਦੀ ਪਈ ਹੈ, ਕੌਣ ਜਾਣਦਾ ਕੌਣ ਮਰ ਗਿਆ, ਅੱਜ ਕਿੰਨੇ ਮਰ ਗਏ ਤੇ ਕਿੰਨੇ ਰਹਿ ਗਏ। ਪਰ ਦੁਨੀਆ ਉਸ ਮਹਾਂਪੁਰਖ ਦੀ ਮੌਤ ਨੂੰ ਯਾਦ ਕਰਦੀ ਹੈ ਜਿਹੜਾ ਦੁਨੀਆ ਨੂੰ ਕੁਝ ਦੇ ਕੇ ਗਿਆ ਹੋਵੇ, ਜਿਹੜਾ ਦੁਨੀਆ ਵਾਸਤੇ ਜੀ ਕੇ ਗਿਆ ਹੋਵੇ, ਜਿਹੜਾ ਆਪਣੇ ਪਰਿਵਾਰ ਵਾਸਤੇ ਨਹੀਂ, ਆਪਣੇ ਬੱਚਿਆਂ ਵਾਸਤੇ ਨਹੀਂ,
ਆਪਣੀ ਧਨ ਸੰਪਦਾ ਵਾਸਤੇ ਨਹੀਂ ਲੜਿਆ ਹੋਵੇ, ਜਿਹੜਾ ਸਮਾਜ ਦੇ ਹੱਕਾਂ ਵਾਸਤੇ ਲੜਿਆ, ਦੁਨੀਆ ਨੂੰ ਚੇਤੇ ਕਰਦੀ ਹੈ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਲ ਕਰਦੇ ਹਾਂ। 4 ਪੁੱਤ ਕਿਹਦੇ ਵਾਸਤੇ ਵਾਰੇ ਸੀ? ਸਵਾਲ ਪੁੱਛ ਕੇ ਵੇਖੀਏ ਨਾ ਕਿ 4 ਪੁੱਤਾਂ ਨੂੰ ਵਾਰਨ ਦਾ ਕਾਰਨ ਕੀ ਹੈ? 4 ਮੁਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ, ਕਿਉਂਕਿ ਕਈ ਹਜ਼ਾਰਾਂ ਦੀ ਗੱਲ ਚੱਲਦੀ ਪਈ ਹੈ। ਆ ਸਮਾਜ ਵਿੱਚ ਮੇਰੇ ਕਈ ਹਜ਼ਾਰ ਪੁੱਤ ਜਿਉਂਦੇ ਨੇ, ਜਿਹੜੇ ਹਾ ਦਾ ਨਾਰਾ ਮਾਰਨ ਵਾਸਤੇ ਖੜੇ ਹੋਣਗੇ, ਜਿਹੜੇ ਉੱਠਣਗੇ ਜ਼ੁਲਮੀ ਰਾਜ ਦੇ ਟਾਕਰੇ ਵਾਸਤੇ। ਤੇ ਜੇ ਅਸੀਂ ਮਾਲਾ ਫੜ ਕੇ ਸਤਨਾਮ ਹੀ ਕਰੀ ਜਾਣਾ ਸੀ, ਫਿਰ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਸਜ਼ਾ ਕਿਉਂ ਦੇਣੀ? ਸੁੱਚਾ ਆਨੰਦ ਦਾ ਸਵਾਲ ਵੇਖੀਏ, ਸਵਾਲ ਦਾ ਜਵਾਬ ਵੇਖੀਏ, ਕੀ ਕਹਿੰਦੇ ਨੇ ਸਾਹਿਬਜ਼ਾਦੇ ਸਤਿਗੁਰੂ ਜੀ ਮਹਾਰਾਜ ਜੀ ਦੇ ਫਰਜ਼ੰਦ। ਸਵਾਲ ਕਰਦਾ ਸੁੱਚਾ ਆਨੰਦ, ਤੁਹਾਨੂੰ ਛੱਡ ਦਿੱਤਾ ਜਾਵੇ, ਰਿਹਾ ਕਰ ਦਿੱਤਾ ਜਾਵੇ, ਤੁਸੀਂ ਕੀ ਕਰੋਗੇ? ਜਵਾਬ ਬੜਾ ਪਿਆਰਾ ਸੀ, ਅਣਖ ਨਾਲ, ਗੈਰਤ ਨਾਲ ਭਰਪੂਰ ਸੀ। ਕਹਿੰਦੇ ਛੱਡ ਕੇ ਤਾਂ ਦੇਖ, ਪਿੰਡਾਂ ਪਿੰਡਾਂ, ਥਾਵਾਂ ਥਾਵਾਂ ਵਿੱਚ ਜਾਵਾਂਗੇ, ਫੌਜ ਇਕੱਠੀ ਕਰਾਂਗੇ, ਤੁਹਾਡੇ ਜ਼ੁਲਮੀ ਰਾਜ ਦਾ ਟਾਕਰਾ ਕਰਾਂਗੇ, ਅਸੀਂ ਫੇਰ ਆਵਾਂਗੇ, ਉੱਠਾਂਗੇ, ਖੜੇ ਹੋਵਾਂਗੇ। ਤੇ ਜੇ ਸਾਹਿਬਜ਼ਾਦੇ ਕਹਿੰਦੇ ਠੀਕ ਹੈ, ਇੱਕ ਕਿਨਾਰੇ ਵਿੱਚ ਬੈਠ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਫਿਰ ਉਹਨਾਂ ਨੇ ਕੀ ਲੈਣਾ ਸੀ? ਫਿਰ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਕਿਉਂ ਸਜ਼ਾ ਦੇਣ ਦਾ ਕਾਰਨ ਸੀ, ਅਸੀਂ ਜੀਏ ਹਾਂ ਦੁਨੀਆ ਵਾਸਤੇ, ਇਨਸਾਨੀਅਤ ਵਾਸਤੇ, ਸਮਾਜ ਵਾਸਤੇ। ਸਾਡਾ ਰਾਜ ਭਾਗ ਸਮਾਜ ਦੇ ਹੱਕ ਵਿੱਚ ਸੀ, ਗੁਰੂ ਦਾ ਫਲਸਫਾ ਸਮਾਜ ਦੇ ਹੱਕ ਵਿੱਚ ਸੀ। ਜਿਸ ਸਮਾਜ ਨੂੰ ਸਦੀਆਂ ਤੋਂ ਵੰਡ ਛੱਡਿਆ, ਗੁਰੂ ਸਾਹਿਬ ਜੀ ਨੇ ਲੰਗਰ ਦੇ ਵਿੱਚ ਉਸ ਸਮਾਜ ਨੂੰ ਜੋੜਿਆ, ਸੰਗਤ ਵਿੱਚ ਉਸ ਸਮਾਜ ਨੂੰ ਜੋੜਿਆ। ਤੇ ਦੁਨੀਆ ਦੇ ਲੋਕੋ, ਗੁਰਮੁਖ ਪਿਆਰਿਓ, ਇਹ ਸੰਗਤੋ, ਜਿਸ ਸਮਾਜ ਨੂੰ ਵਿਦਿਆ ਦਾ ਅਧਿਕਾਰੀ ਨਹੀਂ ਸੀ ਬਣਾਇਆ ਗਿਆ, ਇਤਿਹਾਸ ਫਰੋਲ ਕੇ ਵੇਖੀਏ, ਅਸੀਂ ਉਂਗਲਾਂ ਬਹੁਤ ਜਲਦੀ ਚੁੱਕ ਲੈਂਦੇ ਹਾਂ, ਪਰ ਇਤਿਹਾਸ ਵੱਲ ਵੇਖਦੇ ਨਹੀਂ। ਇੱਕ ਉਹ ਵੀ ਟਾਈਮ ਸੀ ਜਦੋਂ ਕਿਸੇ ਖਾਸ ਕਾਸਟ, ਮਜ਼ਹਬ, ਜਾਤ ਨੂੰ ਹੀ ਪੜ੍ਹਨ ਦਾ ਅਧਿਕਾਰੀ ਮੰਨਿਆ ਜਾਂਦਾ ਸੀ। ਉਸ ਤੋਂ ਇਲਾਵਾ ਦੂਸਰਾ ਵਿਦਿਆ ਦੀ ਕਿਤਾਬ ਨੂੰ, ਗ੍ਰੰਥ ਨੂੰ ਹੱਥ ਨਹੀਂ ਸੀ ਲਾ ਸਕਦਾ। ਇਸ ਕ੍ਰਾਈਟੇਰੀਆ ਵਿੱਚ, ਇਸ ਖੇਤਰਫਲ ਦੇ ਵਿੱਚ ਜੇ ਕੋਈ ਇਹ ਗੱਲ ਕਰਦਾ ਹੈ ਕਿ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ, ਇਹਦਾ ਮਤਲਬ ਹੈ ਸਮਾਜ ਦੀ ਇੱਕ ਨਵੀਂ ਕ੍ਰਾਂਤੀ ਸਿਰਜ ਰਿਹਾ। ਕਿ ਮੰਨਦੇ ਹੋ, ਗਿਆਨ ਤੁਹਾਡਾ ਨਹੀਂ ਹੈ, ਗਿਆਨ ਸਾਡਾ ਵੀ ਬਰਾਬਰ ਹੈ। ਗਿਆਨ ਤੇ ਹੱਕ ਕਿਸੇ ਇੱਕ ਦਾ ਨਹੀਂ ਹੈ, ਗਿਆਨ ਤੇ ਹੱਕ ਸਾਰਿਆਂ ਦਾ, ਵਿਦਿਆ, ਐਜੂਕੇਸ਼ਨ ਤੇ ਹੱਕ ਸਾਰਿਆਂ ਦਾ ਹੈ। ਤੇ ਇੱਕ ਐਜੂਕੇਸ਼ਨ ਦੀ ਕ੍ਰਾਂਤੀ ਆਈ ਹੈ। ਅੱਜ ਮੈਂ ਗੁਰੂਦੇਵ ਨੂੰ ਬਾਰ-ਬਾਰ ਸਜਦਾ ਕਰਦਾ ਹਾਂ ਕਿ ਜਿਸ ਔਰਤ ਨੂੰ ਸਿਰ ਤੋਂ ਪੱਲੂ ਦੀ ਲੜਾਈ ਦੇ ਵਿੱਚ ਨਹੀਂ ਸੀ ਜਿੱਤਣ ਦਿੱਤਾ ਜਾਂਦਾ, ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਕਿ ਜਿਹੜੀ ਸਿੱਖ ਬੀਬੀ, ਜਿਹੜੀ ਔਰਤ ਗੁਰੂ ਘਰ ਵਿੱਚ ਆਏਗੀ, ਉਹ ਆਪਣਾ ਘੁੰਡ ਉਠਾ ਕੇ ਆਏਗੀ, ਘੁੰਡ ਕੱਢ ਕੇ ਨਹੀਂ ਆਏਗੀ, ਕਿਉਂਕਿ ਮਰਦ ਤੇ ਔਰਤ ਵਿੱਚ ਪੂਰੀ ਬਰਾਬਰੀ ਹੈ, ਕੋਈ ਵੀ ਭੇਦ ਨਹੀਂ ਰੱਖਾਂਗਾ। ਅੱਜ ਉਸ ਔਰਤ ਨੂੰ ਇੰਨੀ ਆਜ਼ਾਦੀ ਦੇਣ ਦਾ ਮੁੱਖ ਮੰਤਵ, ਮੁੱਖ ਰੀਜ਼ਨ ਕੀ ਸੀ? ਇਹ ਗੁਰੂ ਅਮਰਦਾਸ ਸਾਹਿਬ ਜੀ ਤੋਂ ਪੁੱਛੀਏ। ਜਿਸ ਔਰਤ ਨੂੰ ਘਰ ਦੀ ਦਹਲੀਜ਼ ਨਹੀਂ ਸੀ ਟੱਪਣ ਦਿੱਤਾ ਜਾਂਦਾ, ਅੱਜ ਉਹ ਬੀਬੀ ਪਾਇਲਟ ਬਣਦੀ ਹੈ, ਅੱਜ ਉਹ ਸਮਾਜ ਦੇ ਵਿੱਚ ਇੱਕ ਲੀਡਰ ਬਣਦੀ ਹੈ। ਤੇ ਉਹਨੂੰ ਉਸ ਲੀਡਰੀ ਤੱਕ ਦਾ ਹੱਕ ਦੇਣਾ ਕਿਹਦੇ ਖਿੱਤੇ ਵਿੱਚ ਆਇਆ? ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰੀਏ ਕਿ ਸਮਾਜ ਦੇ ਵਿੱਚ ਇੱਕ ਐਸੀ ਕ੍ਰਾਂਤੀ ਸਿਰਜ ਦਿੱਤੀ। ਮਾਤਾ ਭਾਗ ਕੌਰ ਵਰਗੀ ਮਹਾਨ ਜਰਨੈਲ ਬੀਬੀ ਤਲਵਾਰ ਚੁੱਕ ਕੇ ਮਾਝੇ ਦੀ ਛੀਣੀ ਲੜਦੀ ਹੈ, ਮਰਦੇ ਮੈਦਾਨ ਹੋ ਕੇ, ਤੇ ਸਾਹਮਣੇ ਵਾਲੇ ਵੈਰੀਆਂ ਨੂੰ ਭਾਜੜਾ ਪਾ ਦਿੰਦੀ ਹੈ। ਇਹ ਸਿੱਖ ਫਲਸਫਾ। ਅਸੀਂ ਸਮਾਜ ਦੇ ਹੱਕ ਵਿੱਚ ਭੁਗਤੇ ਹਾਂ। ਭਾਵੇਂ ਕੁਝ ਲੋਕਾਂ ਨੇ ਸਾਡੇ ਤੇ ਅਤਿਆਚਾਰ ਕੀਤਾ, ਜਿਨ੍ਹਾਂ ਨੂੰ ਅਸੀਂ ਕੈਦ ਵਿੱਚੋਂ ਛੁਡਾਇਆ, ਉਹਨਾਂ ਨੇ ਹੀ ਸਾਨੂੰ ਮਾਰਨ ਦਾ ਯਤਨ ਕੀਤਾ, ਮਾਰਨ ਦਾ ਯਤਨ ਕਰਦੇ ਪਏ ਨੇ, ਤੇ ਉਹ ਕਰਦੇ ਹੀ ਰਹਿਣਗੇ। ਕਿਉਂਕਿ ਜਿਹੜੇ ਆਪਣੇ ਦੀਨ ਈਮਾਨ ਦੀਆਂ ਕਸਮਾਂ ਖਾ ਕੇ ਭੁੱਲ ਜਾਂਦੇ ਨੇ, ਉਹ ਕਿਸੇ ਦੇ ਵੀ ਨਹੀਂ ਹੋ ਸਕਦੇ, ਨਾ ਤੁਹਾਡੇ ਹੋਣਗੇ ਨਾ ਸਾਡੇ ਹੋਣਗੇ। ਉਹ ਕਸਮਾਂ ਖਾ ਕੇ ਕੌਣ ਕੌਣ ਭੁੱਲਿਆ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ, ਤੇ ਇਤਿਹਾਸ ਵੀ ਜਾਣਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਡਰ ਮਿਟਾ ਦਿੱਤਾ, ਹਰ ਧਿਆਇਆ, ਕਿਉਂਕਿ ਅਸੀਂ ਹਰੀ ਨੂੰ ਧਿਆਉਣ ਲੱਗ ਗਏ। ਹਰੀ ਨੂੰ ਫਿਰ ਕਿਸੇ ਇੱਕ ਮੰਦਰ, ਇੱਕ ਮਸੀਤ, ਕਿਸੇ ਗੁਰਦੁਆਰੇ ਵਿੱਚ ਨਹੀਂ ਧਿਆਉਂਦੇ। ਹਰੀ ਨੂੰ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ।
ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾ ਆਵਾਂ। ਮੇਰੇ ਗੁਰੂ ਨੇ ਦੱਸਿਆ ਤੇਰੇ ਮਨ ਮੰਦਰ ਵਿੱਚ ਹੀ ਹਰੀ ਵਸਦਾ ਹੈ। ਮੇਰੇ ਗੁਰੂ ਨੇ ਇਹ ਗੱਲ ਦੱਸੀ, ਮੇਰੇ ਗੁਰਦੇਵ ਪਾਤਸ਼ਾਹ ਨੇ ਇਹ ਗੱਲ ਦੱਸੀ ਕਿ ਏਕੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਉ। ਜੇ ਇਹ ਦੇਵਾ ਤਾਂ ਉਹ ਵੀ ਦੇਵਾ। ਇੱਕ ਪੱਥਰ ਉੱਤੇ ਤੂੰ ਪੈਰ ਰੱਖਦਾ ਹੈ, ਦੂਸਰੇ ਪੱਥਰ ਨੂੰ ਤੂੰ ਪਰਮਾਤਮਾ ਰੱਬ ਕਹਿੰਦਾ ਹੈ। ਜੇ ਪੱਥਰ ਹੀ ਰੱਬ ਹੈ ਤੇ ਜਿਹਦੇ ਉੱਤੇ ਪੈਰ ਰੱਖਿਆ ਫਿਰ ਉਹਨੂੰ ਕੀ ਕਹੇਗਾ? ਉਹ ਵੀ ਤਾਂ ਪੱਥਰ ਹੀ ਹੈ। ਗੁਰਬਾਣੀ ਨੇ ਕਦੀ ਨਹੀਂ ਆਖਿਆ ਕਿ ਪੱਥਰਾਂ ਵਿੱਚ ਰੱਬ ਨਹੀਂ ਹੈ। ਪੱਥਰਾਂ ਵਿੱਚ ਰੱਬ। ਸਗਲ ਬਨਸਪਤ ਮੈਂ ਬੈਸੰਤਰ, ਜੇ ਸਾਰੀ ਕਾਇਨਾਤ ਵਿੱਚ ਪਰਮਾਤਮਾ ਵਸਦਾ ਤੇ ਪੱਥਰਾਂ ਵਿੱਚ ਕਿਉਂ ਨਹੀਂ? ਪੱਥਰਾਂ ਵਿੱਚ ਵੀ ਵਸਦਾ ਹੈ, ਪਰ ਗੁਰਬਾਣੀ ਕਹਿੰਦੀ ਪੱਥਰਾਂ ਵਿੱਚ ਹੀ ਨਹੀਂ ਵਸਦਾ। ਸਿਰਫ ਪੱਥਰਾਂ ਵਿੱਚ ਹੀ ਨਹੀਂ ਰਹਿੰਦਾ, ਪੱਥਰਾਂ ਨਾਲ ਜੁੜ ਕੇ ਤੂੰ ਬੰਦਿਆਂ ਨੂੰ ਭੁੱਲ ਗਿਆ, ਬੰਦਿਆਂ ਤੇ ਅਤਿਆਚਾਰ ਕਰਨ ਲੱਗ ਗਿਆ। ਇਨਸਾਨੀਅਤ ਵਿੱਚ ਰੱਬ ਵੇਖ, ਇਨਸਾਨੀਅਤ ਵਿੱਚ ਵੇਖ, ਇਨਸਾਨਾਂ ਵਿੱਚ ਵੇਖ। ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗ ਹਰ ਕੇ ਗੁਣ ਗਾਇਆ। ਹਰੀ ਦੇ ਗੁਣ ਗਾਉਣੇ ਸਿੱਖੇ ਨੇ ਸਾਧ ਦੀ ਸੰਗਤ, ਗੁਰੂ ਸਾਧ ਦੀ ਸੰਗਤ ਵਿੱਚ, ਕਿਸੇ ਬਾਬੇ ਦੀ ਸੰਗਤ ਵਿੱਚ ਨਹੀਂ, ਕਿਸੇ ਡੇਰੇਦਾਰ ਦੀ ਸੰਗਤ ਵਿੱਚ ਨਹੀਂ, ਕਿਸੇ ਰੇਪਿਸਟ ਦੀ ਸੰਗਤ ਵਿੱਚ ਨਹੀਂ। ਮੈਂ ਗੁਰੂ ਦੇ ਦਰ ਤੇ ਆ ਕੇ ਸਾਧ ਸੰਗ ਸਿੱਖਿਆ ਹੈ ਕਿ ਸੱਚੇ ਪਾਤਸ਼ਾਹ ਸਾਧ ਪਰਮਾਤਮਾ ਦਾ ਸੰਗ ਕਿੱਦਾਂ ਕਰੀਦਾ, ਗੁਰੂ ਨੇ ਦੱਸਿਆ। ਤੇ ਜਿਨ੍ਹਾਂ ਦੀ ਗੱਲ ਮੈਂ ਕਰਕੇ ਹਟਿਆ ਉਹਨਾਂ ਦੀ ਗੱਲ ਵੀ ਗੁਰਬਾਣੀ ਨੇ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ। ਜਿਹੜੇ ਵਿਹਲੇ ਬੈਠੇ ਨੇ, ਕਿਰਤ ਨਹੀਂ ਕਰਦੇ, ਗੁਰ ਪੀਰ ਸਦਾਏ, ਜੇ ਆਪਣੇ ਆਪ ਨੂੰ ਗੁਰੂ ਪੀਰ ਸਦਵਾਉਂਦੇ ਅਖਵਾਉਂਦੇ ਨੇ, ਮੰਗਣ ਜਾਏ। ਘਰ ਘਰ ਵਿੱਚ ਪਰਚੀਆਂ ਲੈ ਕੇ ਮੰਗਣ ਜਾਂਦੇ ਨੇ ਕਿ ਦੇ ਦਿਓ ਸਾਨੂੰ, ਤਾਂ ਕਿ ਮੂਲ ਨਾ ਲੱਗੀਏ ਪਾਏ। ਗੁਰਬਾਣੀ ਕਹਿੰਦੀ ਉਹਨਾਂ ਦੇ ਮੂਲੋਂ ਹੀ ਪਾਉ ਨਾ ਲੱਗ, ਪੈਰ ਨਾ ਫੜੀ, ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ, ਜਾਨ ਇਹਨਾਂ ਤੈਨੂੰ ਕੁਝ ਵੀ ਨਹੀਂ ਦੇਣਾ। ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਪੌੜ ਨਾ ਤ੍ਰਿਸ਼ਨਾ ਲਾਗੇ ਆਏ। ਸੱਚੇ ਪਾਤਸ਼ਾਹ ਗੁਰਦੇਵ ਨੇ ਸਾਨੂੰ ਦੱਸਿਆ ਬੰਦਿਆਂ ਦੇ ਹੱਥ ਵਿੱਚ ਕੁਝ ਨਹੀਂ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤੇ ਜੇ ਇਹਦੇ ਹੱਥ ਵਿੱਚ ਹੁੰਦਾ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੈ। ਜੇ ਇਹਦੇ ਹੱਥ ਵਿੱਚ ਸਭ ਕੁਝ ਹੁੰਦਾ, ਤੈਨੂੰ ਜੀਣ ਵੀ ਨਾ ਦਿੰਦਾ, ਤੈਨੂੰ ਸਾਹ ਵੀ ਨਾ ਲੈਣ ਦਿੰਦਾ। ਜਦੋਂ ਇਹਦੇ ਹੱਥ ਵਿੱਚ ਆਕਸੀਜਨ ਆਈ, ਇਹਨੇ ਤੇਰੇ ਗਲ ਦੇ ਗਹਿਣੇ ਵੀ ਲਵਾ ਲਏ, ਤੇਰੇ ਘਰ ਨੂੰ ਵੀ ਗਿਰਵੀ ਰਖਵਾ ਲਿਆ, ਪੱਤਾਂ ਲੁੱਟ ਲਈਆਂ। ਇਹਦੇ ਹੱਥ ਵਿੱਚ ਆਇਆ, ਇਹਨੇ ਜ਼ੁਲਮ ਕੀਤਾ, ਇਸੇ ਕਰਕੇ ਪਰਮਾਤਮਾ ਨੇ ਇਹਦੇ ਹੱਥ ਵਿੱਚ ਕੁਝ ਦਿੱਤਾ ਹੀ ਨਹੀਂ। ਇਸ ਕੇ ਹਾਥ ਹੋਏ, ਅਰਥ ਪੜ੍ਹ ਲੈਣਾ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵ ਹੈ ਸੋਈ ਕਰੇ। ਸੱਚੇ ਪਾਤਸ਼ਾਹ ਕਹਿੰਦੇ ਕਲ ਕਲੇਸ਼ ਗੁਰ ਸ਼ਬਦ ਨਿਵਾਰੈ। ਜੀਵਨ ਦੇ ਕਲੇਸ਼, ਜੀਵਨ ਦੇ ਅੰਦਰ ਦੁੱਖ ਗੁਰੂ ਦੇ ਸ਼ਬਦ ਰਾਹੀਂ ਨਿਵਾਰੇ ਜਾ ਸਕਦੇ ਨੇ। ਗੁਰੂ ਦੇ ਸ਼ਬਦ ਨੇ ਨਿਵਾਰ ਦਿੱਤੇ। ਜੋ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਸ਼ਬਦ ਦੇ ਨਾਲ ਜੁੜਨ ਦਾ ਮਤਲਬ ਆਪਣੇ ਮਾਈਂਡ ਨੂੰ, ਆਪਣੀ ਸੁਰਤ ਨੂੰ ਗੁਰੂ ਦੇ ਗਿਆਨ ਨਾਲ ਜੋੜ ਲੈਂਦਾ ਹੈ। ਗੁਰਦੇਵ ਪਾਤਸ਼ਾਹ ਜੀ ਉਹਦੇ ਜੀਵਨ ਦੇ ਅੰਦਰ ਦੀਆਂ ਕਲੇਸ਼ਾਂ ਖਤਮ ਕਰ ਦਿੰਦੇ ਨੇ। ਸਿਆਣਾ ਹੋ ਜਾਂਦਾ ਹੈ, ਗਿਆਨੀ ਹੋ ਜਾਂਦਾ। ਗੁਰਮੁਖ ਘਰ ਦੀਆਂ ਕਲੇਸ਼ਾਂ ਖਤਮ ਹੋ ਜਾਂਦੀਆਂ ਨੇ। ਬੱਚਿਆਂ ਦੇ ਨਾਲ, ਸਮਾਜ ਦੇ ਨਾਲ ਜੋ ਅੜੀ ਹੈ ਉਹ ਖਤਮ ਹੋ ਜਾਂਦੀ। ਸਿਆਣਾ ਵਿਅਕਤੀ ਕਦੀ ਵੀ ਕਲੇਸ਼ ਵਿੱਚ ਨਹੀਂ ਪਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਕ੍ਰੋਧ ਦੇ ਨਾਲ ਉਪਜਿਆ ਹੋਇਆ ਦੁੱਖ ਬਹੁਤ ਭਾਰੀ ਹੁੰਦਾ ਹੈ। ਸਿਆਣਾ ਵਿਅਕਤੀ ਕਦੀ ਵੀ ਕ੍ਰੋਧ ਨਹੀਂ ਕਰੇਗਾ, ਆਪਣੇ ਮਨ ਨੂੰ ਕੁਝ ਸਮੇਂ ਲਈ ਸ਼ਾਂਤ ਕਰੇਗਾ ਕਿ ਰੁਕ ਜਾ, ਕੁਝ ਨਹੀਂ ਰੱਖਿਆ, ਕੰਮ ਹੀ ਨਹੀਂ ਹੋਏਗਾ, ਵਿਭਚਾਰੀ ਨਹੀਂ ਹੋਏਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਬਚਨ ਉਹਦੇ ਜੀਵਨ ਵਿੱਚ ਵਸੇਗਾ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਮਾਵਣੈ। ਇਹ ਕਾਮ, ਕੁਝ ਸਮੇਂ ਲਈ ਤੂੰ ਮੇਰੇ ਅੰਦਰ ਆਉਣਾ ਹੈ, ਦੁਨੀਆ ਹਿਲਾ ਕੇ ਰੱਖ ਦਿੰਦਾ ਹੈ, ਤਬਾਹ ਹੋ ਜਾਂਦੀ ਮੇਰੀ ਦੁਨੀਆ। ਜਿਹਨੂੰ ਸਿਆਣਪ ਆ ਗਈ, ਜਿਹਦੇ ਅੰਦਰ ਗਿਆਨ ਅਕਲ ਸੂਝ ਆ ਗਈ, ਉਹਦੇ ਜੀਵਨ ਦੇ ਕਲੇਸ਼ ਮਿਟ ਜਾਂਦੇ ਨੇ। ਇਹ ਗੁਰੂ ਦੇ ਸ਼ਬਦ ਦੇ ਰਾਹੀਂ ਆਵਣ ਜਾਣ ਰਹੇ ਸੁਖ ਸਾਰੇ। ਕੱਲ ਦੇ ਦੀਵਾਨਾਂ ਵਿੱਚ ਮੈਂ ਆਵਣ ਜਾਣ, ਆਵਾਗਮਨ ਦੀ ਗੱਲ ਕੀਤੀ ਕਿ 84 ਲੱਖ ਜੂਨਾਂ ਸੁਰਤ ਕਰਕੇ ਨੇ
ਜਦੋਂ ਅਸੀਂ ਆਪਣੀ ਵਿਚਾਰ ਥਾਟ ਪ੍ਰੋਸੈਸ ਵਿੱਚ ਕੁੱਤੇ ਵਰਗੀ ਨੀਤੀ ਰੱਖ ਲੈਂਦੇ ਹਾਂ, ਤੇ ਗੁਰਬਾਣੀ ਕਹਿੰਦੀ ਲੱਭ ਕੁੱਤਾ, ਲਾਲਚ ਆ ਗਿਆ ਤੂੰ ਕੁੱਤਾ ਹੋ ਗਿਆ, ਹੈ ਇਨਸਾਨ। ਇੱਕ ਪਾਵਨ ਵਚਨ ਆਓ ਦੁਹਰਾਈਏ, ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਮਾਨਸ ਹੈ ਪਰ ਪਸ਼ੂ ਵਾਲੀ ਕਰਤੂਤ ਹੈ। ਇਹਨੂੰ ਕਹਿੰਦੇ ਪਸ਼ੂ ਜੂਨੀ ਵਿੱਚ ਆਉਣਾ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ, ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵੱਲ ਵੱਲ ਅਵਤਰੈ। ਜਿਹੜਾ ਲక్ష్ਮੀ ਸਿਮਰਦਾ ਹੈ, ਜਿਹੜਾ ਧਨ ਪਦਾਰਥ ਨੂੰ ਸਿਮਰਦਾ ਹੈ, ਗੁਰੂ ਦਾ ਮਨੁੱਖਤਾ ਵਾਲਾ ਸਿਮਰਨ ਛੱਡ ਕੇ ਧਨ ਪਦਾਰਥ ਦੇ ਮਗਰ ਲੱਗਾ ਹੋਇਆ ਹੈ, ਜਿਹੜਾ ਇਸ ਸਿਮਰਨ ਦੇ ਵਿੱਚ ਆਪਣੀ ਆਤਮਾ ਨੂੰ, ਆਪਣੇ ਮਨੁੱਖਤਾ ਨੂੰ ਮਾਰ ਲਏ, ਉਹ ਸੱਪ ਬਣ ਜਾਂਦਾ ਏ। ਬੰਦਾ ਹੁੰਦਿਆਂ ਹੋਇਆਂ ਸੱਪ ਵਾਲਾ ਸੁਭਾਅ ਰੱਖ ਲੈਂਦਾ ਏ, ਭਰਾਵਾਂ ਨੂੰ ਵੀ ਡੰਗ ਮਾਰਦਾ, ਦੁਨੀਆ ਨੂੰ ਵੀ ਡੰਗ ਮਾਰਦਾ, ਜਿੱਥੇ ਜਾਂਦਾ ਜ਼ਹਿਰ ਹੀ ਸੁੱਟਦਾ ਹੈ। ਤੇ ਸੱਪ ਦਾ ਸੁਭਾਅ ਕੀ ਹੁੰਦਾ ਹੈ ਜੀ? ਜਿਹੜਾ ਉਹਨੂੰ ਦੁੱਧ ਪਿਆਉਂਦਾ ਹੈ ਉਹਨੂੰ ਵੀ ਡੰਗ ਮਾਰ ਲੈਂਦਾ। ਵੇਖੀਏ ਕਿੰਨੇ ਬੰਦੇ ਸਮਾਜ ਵਿੱਚ, ਜਿਨ੍ਹਾਂ ਦੇ ਦੋਸਤਾਂ ਯਾਰਾਂ ਮਿੱਤਰਾਂ ਨੇ ਕਿੰਨਾ ਦੁੱਧ ਪਿਆਇਆ ਹੋਏਗਾ, ਕਿੰਨਾ ਪਿਆਰ ਭਰੋਸਾ, ਪਰ ਜਦੋਂ ਡੰਗ ਮਾਰਨ ਤੇ ਆਇਆ ਤੇ ਫਿਰ ਉਹਨਾਂ ਨੂੰ ਵੀ ਦੱਸ ਦਿੱਤਾ। ਇਹ ਜੂਨੀ ਨਹੀਂ ਹੈ, ਇਹੋ ਹੀ ਤਾਂ ਜੂਨ ਹੈ। ਸੱਚੇ ਪਾਤਸ਼ਾਹ ਕਹਿੰਦੇ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ, ਸੱਪ ਬਣ ਗਿਆ। ਕਿਉਂਕਿ ਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਜੇ ਗੋਬਿੰਦ ਨਾਮ ਬਿਸਰ ਗਿਆ ਤੇ ਸੱਪ ਬਣਿਆ, ਜੇ ਗੋਬਿੰਦ ਨਾਮ ਚੇਤੇ ਵਿੱਚ ਆ ਗਿਆ ਫਿਰ ਮਨੁੱਖਤਾ ਵਾਲਾ ਸੁਭਾਅ ਇਹਦੇ ਅੰਦਰ ਆ ਗਿਆ, ਟਿਕ ਗਿਆ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਗਿਆਨ ਦੇ ਕੇ ਆਵਣ ਜਾਣ ਰਹੇ ਸੁਖ ਸਾਰੇ, ਆਉਣਾ ਜਾਣਾ ਖਤਮ ਕਰ ਦਿੱਤਾ। ਸਿੱਖ ਦੇ ਅੰਦਰ ਗੁਰੂ ਸ਼ਬਦ ਦਾ ਟਿਕਾ ਕਰ ਦਿੱਤਾ। ਹੁਣ ਇਹਦੀ ਸੁਰਤ ਬਾਰ-ਬਾਰ ਬਦਲਦੀ ਨਹੀਂ, ਇਹ ਆਪਣੇ ਸੁਭਾਅ ਨੂੰ ਚੇਂਜ ਨਹੀਂ, ਸਥਿਰ ਹੋ ਗਿਆ। ਮਾੜੇ ਕੰਮ ਕਰਨ ਲੱਗਦਾ ਹੈ ਤੇ ਗੁਰੂ ਇਹਨੂੰ ਰੋਕ ਲੈਂਦਾ ਹੱਥ ਫੜ ਕੇ, ਕਿਉਂਕਿ ਮੇਰਾ ਗੁਰੂ ਭੁੱਲਿਆਂ ਨੂੰ ਮਾਰਗ ਤੇ ਲੈ ਕੇ ਆਉਣ ਵਾਲਾ ਹੈ। ਚਰਨ ਕਮਲ ਰਿਦ ਅੰਤਰ ਧਾਰੇ, ਰਿਦ ਹਿਰਦੈ ਅੰਤਰ, ਗੁਰੂ ਦੇ ਚਰਨ ਕਮਲਾਂ ਦਾ ਸ਼ਬਦ ਦਾ ਨਿਵਾਸ ਹੋ ਗਿਆ। ਅਗਨ ਸਾਗਰ ਗੁਰ ਪਾਰ ਉਤਾਰੇ। ਇੱਦਾਂ ਕੋਈ ਸਾਗਰ ਇਹੋ ਜਿਹਾ ਨਹੀਂ ਹੈ ਜਿਹੜਾ ਅੱਗ ਦਾ ਸਮੁੰਦਰ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਇੱਕ ਹੀ ਸਮੁੰਦਰ ਹੈ ਅੱਗ ਦਾ, ਤੇਰੀ ਚਿੰਤਾ, ਤੇਰੇ ਜੀਵਨ ਦੇ ਅੰਦਰ ਵਧੀ ਹੋਈ ਤ੍ਰਿਸ਼ਨਾ, ਇਹ ਅੱਗ ਦਾ ਸਮੁੰਦਰ ਹੈ। ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਜਿਸ ਪ੍ਰਕਾਰ ਅਗਨੀ ਨੂੰ, ਅੱਗ ਨੂੰ ਲੱਕੜਾਂ ਪਾ ਦੋ, ਉਹ ਕਦੀ ਵੀ ਰੱਜਦੀ ਨਹੀਂ ਹੈ। ਤ੍ਰਿਸ਼ਨਾ ਜਿੰਨਾ ਮਰਜ਼ੀ ਇਹਨੂੰ ਦੇ ਦਿਓ, ਇਹ ਕਦੀ ਰੱਜੇਗੀ ਨਹੀਂ। ਭੁੱਖ ਕਦੀ ਵੀ ਰੱਜਦੀ ਨਹੀਂ ਹੈ। ਭੁੱਖ ਨੂੰ ਕੋਈ ਰਜਾ ਨਹੀਂ ਸਕਿਆ ਤੇ ਕੋਈ ਰੱਜ ਕੇ ਜੀ ਨਹੀਂ ਸਕਿਆ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੁਰੀਆਂ ਭਾਰ। ਜੇ ਮੈਂ ਭਾਰ ਕਈ ਪੁਰੀਆਂ ਪਹਾੜਾਂ ਦਾ ਵੀ ਬੰਨ ਲਵਾਂ ਤਾਂ ਵੀ ਨਹੀਂ ਮੈਂ ਰੱਜ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਭੁੱਖ ਰੱਜ ਨਹੀਂ ਸਕਦੀ ਤੇ ਭੁੱਖ ਨੂੰ ਅਸੀਂ ਮਿਟਾ ਨਹੀਂ ਸਕਦੇ। ਇਸ ਕਰਕੇ ਭੁੱਖ ਦੀ ਜੋ ਦਿਸ਼ਾ ਹੈ ਉਹਨੂੰ ਬਦਲ ਸਕਦੇ ਹਾਂ। ਮਾੜੀ ਚੀਜ਼ ਦੀ ਭੁੱਖ ਰੱਖਣ ਦੀ ਥਾਂ ਚੰਗੀ ਚੀਜ਼ ਦੀ ਭੁੱਖ ਰੱਖ ਸਕਦੇ ਹਾਂ। ਕੋਈ ਵਿਅਕਤੀ ਸ਼ਰਾਬ ਦੀ ਭੁੱਖ ਰੱਖਦਾ ਹੈ, ਉਹਨੂੰ ਸਮਝਾ ਕੇ, ਗਿਆਨ ਦੇ ਕੇ ਉਹਨੂੰ ਦੁੱਧ ਵਾਲੇ ਪਾਸੇ ਵੀ ਲਿਆ ਸਕਦੇ ਹਾਂ। ਕੋਈ ਕਿਸੇ ਦੀ ਜਿਸਮ ਦੀ ਭੁੱਖ ਰੱਖਦਾ ਹੈ, ਉਹਨੂੰ ਡਾਇਵਰਟ ਕਰ ਸਕਦੇ ਹਾਂ, ਉਹਨੂੰ ਗਿਆਨ ਦੇ ਕੇ ਉਹਦੀ ਭੁੱਖ ਨੂੰ ਡਾਇਵਰਟ ਕਰ ਸਕਦੇ ਹਾਂ, ਦਿਸ਼ਾ ਬਦਲ ਸਕਦੇ ਹਾਂ, ਰੋਕ ਨਹੀਂ ਸਕਦੇ। ਹੁਣ ਜਿਹੜੀ ਭੁੱਖ ਲੋਕਾਂ ਨੂੰ ਮਾਰਨ ਤੇ ਤੁਲੀ ਹੋਈ ਸੀ, ਜਦੋਂ ਗੁਰੂ ਨਾਨਕ ਨੇ ਉਸ ਭੁੱਖ ਨੂੰ ਡਾਇਵਰਟ ਕੀਤਾ, ਫਿਰ ਉਹ ਭੁੱਖ ਕਹਿੰਦੀ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਹੈ ਖਾਏ ਚਲੀਆਂ ਦੁੱਖ। ਗੁਰੂ ਨੇ ਸੱਚੇ ਨਾਮ ਦੀ ਭੁੱਖ ਜੀਵਨ ਵਿੱਚ ਪੈਦਾ ਕਰ ਦਿੱਤੀ। ਝੂਠੇ ਨਾਮ ਦੀ, ਝੂਠੇ ਦੁਨਿਆਵੀ ਪਦਾਰਥਾਂ ਦੀ ਭੁੱਖ ਗੁਰੂ ਨੇ ਗਿਆਨ ਦੇ ਕੇ ਖਤਮ ਕਰ ਦਿੱਤੀ। ਬੂੜਤ ਜਾਤ ਪੂਰੇ ਗੁਰ ਕਾਢੇ, ਬੂੜਤ ਕਹਿੰਦੇ ਨੇ ਡੁੱਬਦਾ ਜਾਂਦਾ ਹੈ। ਜਿਸ ਦੇ ਜੀਵਨ ਵਿੱਚ ਤ੍ਰਿਸ਼ਨਾ ਰੂਪੀ ਭੁੱਖ ਆ ਜਾਵੇ, ਲਾਲਚ ਦੀ ਭੁੱਖ ਆ ਜਾਵੇ, ਉਹ ਵਿਅਕਤੀ ਆਪਣੀ ਭੁੱਖ ਵਿੱਚ ਡੁੱਬਦਾ ਜਾਏਗਾ, ਸਾਰੀ ਜ਼ਿੰਦਗੀ ਗਵਾ ਲਏਗਾ, ਪਰ ਉਹਦੀ ਭੁੱਖ ਨਹੀਂ ਮਿਟ ਸਕਦੀ। ਜਦੋਂ ਮੇਰੇ ਗੁਰੂ ਨੇ ਦੱਸ ਦਿੱਤਾ ਕਿ ਪਿਆਰਿਆ, ਨਾ ਤਾਂ ਰਾਵਣ ਕੁਝ ਲੈ ਕੇ ਗਿਆ, ਨਾ ਉਹੋ ਹੀ ਕੁਝ ਲੈ ਕੇ ਗਏ ਜਿਨ੍ਹਾਂ ਨੇ ਏਡਾ ਵੱਡਾ ਰਾਜ ਭਾਗ ਸਿਰਜਿਆ।
12 ਯੋਜਨ ਛਤਰ ਚਲੇ ਥਾ ਦੇਹੀ ਗਰਜਨ ਖਾਈ। ਤੇ ਜੇ ਉਹ ਕੁਝ ਨਹੀਂ ਲੈ ਕੇ ਗਏ, ਫਿਰ ਯਾਦ ਰੱਖ ਤੇਰਾ ਵੀ ਕੁਝ ਨਹੀਂ ਹੈ। ਨੰਗਾ ਆਇਆ ਹੈ ਇਸ ਸੰਸਾਰ ਤੇ, ਨੰਗ ਹੋ ਜਾਏ ਸੀ, ਨੰਗਾ ਹੀ ਜਾਏਗਾ। ਕਿਸ ਚੀਜ਼ ਦਾ ਗੁਮਾਨ ਪਿਆ? ਇਸ ਸਰੀਰ ਦਾ ਗੁਮਾਨ ਕਰਦਾ ਹੈ। ਕਰਪੂਰ ਪੋਹਪ ਸੁਗੰਧਾ ਪਰਸ ਮਾਨੁਖ ਦੇ ਮਲੀਨੰ, ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ। ਇਸ ਉੱਤੇ ਮਨ ਕੀਤਾ ਜਿਸ ਦੇ ਨਾਲ ਦੁਨੀਆ ਦਾ ਕੋਈ ਪਦਾਰਥ ਲਗਾ ਲਓ ਬਦਬੂ ਮਾਰਨ ਲੱਗ ਪੈਂਦਾ ਹੈ। ਮਰਨ ਤੋਂ ਬਾਅਦ ਕੁਝ ਸਮਾਂ ਵੀ ਤੇਰੀ ਬਾਡੀ ਟਿਕ ਨਹੀਂ ਸਕਦੀ, ਬਦਬੂ ਮਾਰੇਗੀ। ਇਸ ਬਾਡੀ ਦਾ ਗੁਮਾਨ ਕਰ ਦਿੱਤਾ ਹੀ। ਨਾਨਕ ਅਥ ਗਰਬੇਣ, ਅਗਿਆਨਣੋਂ ਤੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ। ਇਸ ਕਰਕੇ ਆਪਣੇ ਜੀਵਨ ਦਾ ਲਾਹਾ ਲੈ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਨਮ ਜਨਮ ਕੇ ਟੂਟੇ ਗਾਂਢੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਤੋਂ, ਬੜੇ ਲੰਮੇ ਸਮੇਂ ਤੋਂ ਜੋ ਤੂੰ ਗੁਰੂ ਦੇ ਨਾਲੋਂ, ਜੋ ਤੂੰ ਪਰਮਾਤਮਾ ਦੀ ਰੱਬੀ ਵਿਚਾਰ ਦੇ ਨਾਲੋਂ ਟੁੱਟਿਆ ਸੀ, ਗੁਰੂ ਨੇ ਗਿਆਨ ਦਿੱਤਾ, ਤੇਰੇ ਅਵਗੁਣਾਂ ਦਾ ਨਾਸ਼ ਕਰਕੇ ਤੈਨੂੰ ਉਸ ਪਰਮਾਤਮਾ ਦੇ ਨਾਲ ਜੋੜ ਦਿੱਤਾ, ਸੁਰਤ ਕਰਕੇ ਜੁੜ ਗਿਆ। ਜਿੱਥੇ ਵੀ ਜਾਣਾ ਤੇਰੇ ਸੰਗ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਮੈਂ ਐਸੇ ਗੁਰੂ ਤੋਂ ਬਲਿਹਾਰੀ ਜਾਣਾ ਹਾਂ ਨਾਨਕ। ਜਿਸ ਭੇਟਤ ਗਤ ਪਈ ਹਮਾਰੀ, ਜਿਸ ਗੁਰੂ ਦੀ ਵਿਚਾਰ ਦੇ ਨਾਲ ਜੁੜਿਆ, ਜਿਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆ, ਮੇਰੇ ਜੀਵਨ ਦੀ ਗਤ ਹੋ ਗਈ। ਮੈਂ ਜਨਮ ਮਰਨ ਤੋਂ ਮੁਕਤ ਹੋ ਗਿਆ, ਪਸ਼ੂਪੁਣਾ ਖਤਮ ਹੋ ਗਿਆ, ਇਨਸਾਨੀਅਤ ਵਸ ਗਈ। ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਸਾਡੇ ਜੀਵਨ ਦੇ ਅੰਦਰ ਆਏ ਹੋਏ ਅਵਗੁਣਾਂ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ। ਸਮੁੱਚੇ ਸ਼ਬਦ ਦੇ ਵਿੱਚ ਸੰਗਤ ਦੇ ਨਾਲ, ਕਿਉਂਕਿ ਸੰਗਤ ਬਹੁਤ ਮਹਾਨ ਹੈ। ਮਾੜੀ ਸੰਗਤ ਕਰਾਂਗੇ ਮਾੜੇ ਗੁਣ ਆਉਣਗੇ, ਇਸੇ ਪ੍ਰਕਾਰ ਚੰਗੀ ਸੰਗਤ ਕਰਾਂਗੇ ਜੀਵਨ ਅੰਦਰ ਚੰਗੇ ਗੁਣ ਆਉਣਗੇ। ਤੇ ਗੁਰਦੇਵ ਨੇ ਗੁਰੂ ਘਰ ਵਿੱਚ ਸੰਗਤ ਦਾ ਇਹ ਇਸੇ ਕਰਕੇ ਵਿਧਾਨ ਬਣਾਇਆ, ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿਹੜਾ ਵੀ ਕੋਈ ਸੰਗਤ ਕਰੇਗਾ ਉਹਦਾ ਜੀਵਨ ਸਵਰੇਗਾ, ਵਿਗੜੇਗਾ ਨਹੀਂ। ਤੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸੰਗਤ ਵਿੱਚ ਜੁੜ, ਸਤ ਦੀ ਵਿਚਾਰ ਕਰ, ਤੇਰਾ ਜੀਵਨ ਸੋਹਣਾ ਹੋ ਜਾਵੇ, ਹੋਰ ਕੁਝ ਵੀ ਨਹੀਂ ਚਾਹੀਦਾ। ਐਸੇ ਗੁਰਦੇਵ ਨੂੰ ਬਾਰੰਬਾਰ ਨਮਸਕਾਰ ਹੈ, ਬੜਾ ਧੰਨਵਾਦ ਹੈ। ਸਰਬੱਤ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਦੀ ਸਾਧ ਸੰਗਤ ਦਾ ਜੋ ਇੰਨੀਆਂ ਅਸੀਸਾਂ ਮਾਣ ਦਾਸਰੇ ਨੂੰ ਬਖਸ਼ਿਸ਼ ਕਰਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਬਲਦੇਵ ਸਿੰਘ ਜੀ ਅਤੇ ਸਮੂਹ ਗ੍ਰੰਥੀ ਸਾਹਿਬਾਨ ਸਟਾਫ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਇਹ ਸੇਵਾ ਦਾਸਰੇ ਨੂੰ ਬਖਸ਼ਿਸ਼ ਕਰਦੇ ਹਨ ਜੀ। ਪਰਵਾਨੋਂ ਦਾਸਰੇ ਦੀ ਫਤਿਹ, ਭੁੱਲਾਂ ਚੁੱਕਾਂ ਦੀ ਖਿਮਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।